ਹੈਲੋ ਸਟੂਡੈਂਟ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਬੇਟਾ ਜਿਹੜਾ ਆਪਾਂ ASP.NET ਦਾ ਕੱਲ੍ਹ ਵਾਲਾ ਟੌਪਿਕ ਕੈਸ਼ਿੰਗ ਕੀਤਾ ਸੀ, ਅੱਜ ਆਪਣਾ ਨੈਕਸਟ ਟੌਪਿਕ ਹੋਊਗਾ ਸਿਕਿਉਰਿਟੀ। ASP.NET ਦੇ ਵਿੱਚ ਸਿਕਿਉਰਿਟੀ ਵੀ ਜ਼ਰੂਰੀ ਹੁੰਦੀ ਹੈ, ਠੀਕ ਹੈ। ਸਿਕਿਉਰਿਟੀ ਇਜ਼ ਐਸੈਂਸ਼ੀਅਲ ਪਾਰਟ ਆਫ ਵੈਬ ਐਪਲੀਕੇਸ਼ਨ। ਕੀ ਹੁੰਦਾ ਜਿਹੜਾ ਸਿਕਿਉਰਿਟੀ, ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪਾਰਟ ਹੈ ਕਾਹਦਾ, ਵੈਬ ਐਪਲੀਕੇਸ਼ਨ ਦਾ, ਐਂਡ ਸ਼ੁੱਡ ਬੀ ਟੇਕਨ ਇਨਟੂ ਕੰਸਾਈਡੇਸ਼ਨ ਫਰੋਮ ਦਾ ਫਸਟ ਸਟੇਜ ਆਫ ਦਾ ਡਿਵੈਲਪਮੈਂਟ ਪ੍ਰੋਸੈਸ। ਜਦੋਂ ਕੋਈ ਵੀ ਆਪਾਂ ਮਤਲਬ ਕਿ ਪ੍ਰੋਸੈਸ ਸ਼ੁਰੂ ਕਰਦੇ ਆ ਪਹਿਲੀ ਸਟੇਜ ਤੋਂ, ਉਦੋਂ ਤੋਂ ਹੀ ਇਹਨੂੰ ਧਿਆਨ ਵਿੱਚ ਰੱਖਣਾ ਪੈਂਦਾ। ਐਸੈਂਸ਼ੀਅਲੀ ਸਿਕਿਉਰਿਟੀ ਇਜ਼ ਆਲ ਅਬਾਊਟ ਦਾ ਪ੍ਰੋਟੈਕਟਿੰਗ ਯੂਅਰ ਅਸੈਸਟ ਫਰੋਮ ਅਨਆਥੋਰਾਈਜ਼ ਐਕਸ਼ਨ। ਜਿਹੜੇ ਮਤਲਬ ਕਿ ਗਲਤ ਐਕਸ਼ਨ ਹੁੰਦੇ ਆ ਉਹਨਾਂ ਤੋਂ ਆਪਾਂ ਨੂੰ ਕੀ ਕਰਦੀ ਹੈ, ਪ੍ਰੋਟੈਕਟ ਕਰਦੀ ਆ। ਯੂ ਯੂਜ਼ ਸੈਵਰਲ ਮੈਕੈਨਿਜ਼ਮ ਟੂ ਦਿਸ ਐਂਡ ਇਨਕਲੂਡਿੰਗ ਦਾ ਆਈਡੈਂਟੀਫਾਈ ਯੂਜ਼ਰ, ਗਰੰਟਿੰਗ ਔਰ ਡਿਨਾਈਂਗ ਐਕਸੈਸ ਟੂ ਸੈਂਸਿਟਿਵ ਰਿਸੋਰਸ। ਜਿਵੇਂ ਕਹਿੰਦੇ ਕੁਝ ਮੈਕੈਨਿਜ਼ਮ ਹੁੰਦੇ ਆ ਵੀ ਇਹਨੂੰ ਐਂਡ ਕਰਨਾ, ਜਾਂ ਆਪਾਂ ਆਈਡੈਂਟੀਫਾਈਂਗ ਕਰਨਾ ਯੂਜ਼ਰਸ ਨੂੰ, ਜਾਂ ਗਰੰਟੀ ਲੈਣੀ ਕਿਸੇ ਚੀਜ਼ ਦੀ, ਜਾਂ ਥੋੜ੍ਹੇ ਸਮੇਂ ਦੇ ਲਈ ਮਤਲਬ ਐਕਸੈਸ ਕਰਨਾ, ਮਤਲਬ ਉਹਨੂੰ ਡਿਨੇ ਕਰਨਾ, ਰੋਕਣਾ ਗਾ। ਪ੍ਰੋਟੈਕਟਿੰਗ ਅ ਡਾਟਾ ਸਟੋਰਡ ਔਨ ਦਾ ਸਰਵਰ ਐਂਡ ਟਰਾਂਸਮਿਟਡ ਓਵਰ ਦਾ ਵਾਇਰ। ਇਹ ਡਾਟੇ ਨੂੰ ਪ੍ਰੋਟੈਕਟ ਕਰਦੀ ਹੈ ਜਿਹੜਾ ਸਰਵਰ ਦੇ ਵਿੱਚ ਸਟੋਰ ਕੀਤਾ ਹੁੰਦਾ ਅਤੇ ਟਰਾਂਸਮਿਟ ਕੀਤਾ ਜਾਂਦਾ ਕਾਹਦੇ ਦੁਆਰਾ, ਵਾਇਰ ਦੇ ਦੁਆਰਾ। ਇਨ ਆਲ ਆਫ ਦੀਜ਼ ਕੇਸਿਸ ਯੂ ਨੀਡ ਅ ਅੰਡਰਲਾਈਂਗ ਫਰੇਮ ਨੈਟਵਰਕ, ਠੀਕ ਹੈ, ਦੈਟ ਪ੍ਰੋਵਾਈਡ ਬੇਸਿਕ ਸਿਕਿਉਰਿਟੀ ਫੰਕਸ਼ਨੈਲਿਟੀ, ਜਿਹਦੇ ਵਿੱਚ ਮਤਲਬ ਕਿ ਬੇਸਿਕ ਸਿਕਿਉਰਿਟੀ ਜਿਹੜੇ ਫੰਕਸ਼ਨਸ ਆਪਾਂ ਕੀ ਕਰਦੇ ਹਾਂ, ਪਰਫੋਰਮ ਕਰਦੇ ਹਾਂ। The reason to secure a website are well known and thus do not require a detailed discussion। मतलब कि सिक्योर होना चाहिए अपनी वैबसाइट, ਉਹਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਆਪਾਂ ਨੂੰ ਪੂਰੀ डिटेल की जरूरत है ਜਿਹੜੀ ਇਹਦੇ ਵਿੱਚ नहीं हैगी। A few of the reason for securing a website include transfer of sensitive data over the internet, ਵੀ ਡਾਟਾ ਜਿਹੜਾ ਸਹੀ ਵੇ ਦੇ ਵਿੱਚ ਸੈਂਡ ਕੀਤਾ ਜਾਵੇ। ਐਕਸਚੇਂਜਿੰਗ ਆਫ ਸੈਂਸਿਟਿਵ ਡਾਟਾ ਬਿਟਵੀਨ ਵੈਬ ਐਪਲੀਕੇਸ਼ਨ ਦੇ ਬਿਟਵੀਨ ਡਾਟਾ ਵੀ ਕੀ ਕਰ ਲਿਆ ਜਾਵੇ, ਐਕਸਚੇਂਜ ਕਰ ਲਿਆ ਜਾਵੇ। ਐਂਡ ਰਿਸਕ ਆਫ ਦਾ ਹੈਕ ਦਾ ਅਟੈਕਸ, ਜਿਹੜੇ ਰਿਸਕ ਹੁੰਦੇ ਨੇ ਅਟੈਕਸ ਦੇ, ਉਹ ਕੀ ਹੁੰਦੇ ਨੇ ਆਪਣੇ ਕੋਲੇ, ਉਹਨਾਂ ਤੋਂ ਵੀ ਮਤਲਬ ਕੀ ਆ ਆਪਾਂ ਨੂੰ ਇਹ ਬਚਾਉਂਦੀ ਆ। ਸਿਕਿਉਰਿਟੀ ਇਜ਼ ਕ੍ਰਿਟੀਕਲ ਇਸ਼ੂ ਫਾਰ ਬੋਥ ਵੈਬ ਐਪਲੀਕੇਸ਼ਨ ਡਿਵੈਲਪਰ ਐਂਡ ਐਡਮਿਨਿਸਟ੍ਰੇਸ਼ਨ ਅਲਾਈਕ। ਕਹਿੰਦੇ ਸਿਕਿਉਰਿਟੀ ਦੋਨਾਂ ਦੇ ਲਈ ਜ਼ਰੂਰੀ ਹੈ, ਵੈਬ ਐਪਲੀਕੇਸ਼ਨ ਨੂੰ ਜਿਹੜੇ ਡਿਵੈਲਪ ਕਰਦੇ ਉਹਨਾਂ ਲਈ ਅਤੇ ਐਡਮਿਨਿਸਟ੍ਰੇਸ਼ਨ ਦੇ ਲਈ ਵੀ। ਇਟ ਇਜ਼ ਅਨਡਾਊਟੇਬਲੀ ਵਨ ਆਫ ਦਾ ਮੋਸਟ ਕਨਫਿਊਜ਼ਿੰਗ ਏਰੀਆ ਐਂਡ ਹਿੰਸ ਰਿਕੁਆਇਰ ਕੇਅਰਫੁਲ ਪਲੈਨਿੰਗ ਐਂਡ ਡਿਜ਼ਾਈਨਿੰਗ। ਤਾਂ ਆਪਾਂ ਨੂੰ ਇਹਦੇ ਵਿੱਚ ਕੀ ਕਨਫਿਊਜ਼ਿੰਗ ਏਰੀਆ ਹੁੰਦਾ, ਤਾਂ ਇਹਦੀ ਡਿਜ਼ਾਈਨਿੰਗ ਹੈ ਜਿਹੜੀ ਆਪਾਂ ਨੂੰ ਪੂਰੇ ਧਿਆਨ ਦੇ ਨਾਲ ਕੀ ਹੁੰਦੀ ਹੈ, ਕਰਨੀ ਪੈਂਦੀ ਹੈ। ਠੀਕ ਹੈ ਜੀ। ਇੰਟਰੋਡਕਸ਼ਨ ਟੂ ASP.NET ਸਿਕਿਉਰਿਟੀ, ਅੰਡਰਸਟੈਂਡਿੰਗ ਦਾ ਲੈਵਲ ਆਫ ਸਿਕਿਉਰਿਟੀ। ਸਿਕਿਉਰਿਟੀ ਦੇ ਲੈਵਲ ਨੂੰ ਆਪਾਂ ਕਿਵੇਂ ਅੰਡਰਸਟੈਂਡ ਕਰਦੇ ਹਾਂ। ਬੇਸਿਕਲੀ ਕਹਿੰਦੇ ਫਾਰ ਮੇਨ ਸਟਰੀਮ ਵੈਬ ਐਪਲੀਕੇਸ਼ਨਸ, ਜਿਵੇਂ ਆਪਣੇ ਕੋਲ ਮੇਨ ਸਟਰੀਮ ਵੈਬ ਐਪਲੀਕੇਸ਼ਨਸ ਹੁੰਦੀਆਂ, ਤਾਂ ਫੰਡਾਮੈਂਟਲ ਟਾਸਕ ਫਾਰ ਇੰਪਲੀਮੈਂਟਿੰਗ ਦਾ ਸਿਕਿਉਰਿਟੀ ਨੂੰ ਮਤਲਬ ਕਿ ਇੰਪਲੀਮੈਂਟ ਕਰਨ ਦੇ ਲਈ ਕੁਝ ਆਪਾਂ ਫੰਡਾਮੈਂਟਲ ਟਾਸਕਸ ਆ ਜਿਹੜੀਆਂ ਲੈਂਦੇ ਹਾਂ। ਬਿਸਾਈਡ ਦਾ ਇਸ਼ੂਜ਼ ਯੂ ਆਈਡੈਂਟੀਫਾਈ ਡਿਊਰਿੰਗ ਯੂਅਰ ਥ੍ਰੀਟ ਮਾਡਲਿੰਗ ਸੈਸ਼ਨਸ ਵਗੈਰਾ ਜਿਵੇਂ ਹੋ ਗਏ ਨਾ, ਤਾਂ ਕਹਿੰਦੇ ਸਿਕਿਉਰਿਟੀ ਜਿਹੜੀ ਪੋਲਿਸੀ ਹੁੰਦੀ ਹੈ, ਟੈਗ ਜਿਹੜਾ ਮਤਲਬ ਅਨੇਬਲ ਯੂ ਟੂ ਮੈਪ ਪੋਲਿਸੀ ਫਾਈਲਸ ਟੂ ਸਪੈਸੀਫਾਈ ਸਿਕਿਉਰਿਟੀ ਲੈਵਲ ਨੇਮ। ਤਾਂ ਇਹਦੇ ਵਿੱਚ ਸਿਕਿਉਰਿਟੀ ਕਿਸ ਲੈਵਲ ਦੀ ਆ ਉਸ ਨੂੰ ਮਤਲਬ ਮੈਪ ਕੀਤਾ ਜਾਂਦਾ। ਬਾਈ ਡੂਇੰਗ ਸੋ ਯੂ ਕੈਨ ਦੈਨ ਈਜ਼ਲੀ ਇੰਪਲੀਮੈਂਟ ਯੂਅਰ ਓਨ ਕਸਟਮ ਸਿਕਿਉਰਿਟੀ ਕੌਨਫੀਗਰੇਸ਼ਨ ਥਰੂ ਆਊਟ ਯੂਅਰ ਐਪਲੀਕੇਸ਼ਨ। ਆਪਣੀ ਐਪਲੀਕੇਸ਼ਨ ਦੇ ਦੁਆਰਾ ਮਤਲਬ ਸਾਰੀ ਸਿਕਿਉਰਿਟੀ ਨੂੰ ਆਪਾਂ ਈਜ਼ਲੀ ਜਿਹੜਾ ਇਹਦੇ ਵਿੱਚ ਇੰਪਲੀਮੈਂਟ ਕਰ ਸਕਦੇ ਹਾਂ। ਦਿਸ ਟੈਗ ਐਕਸੈਪਟ ਦਾ ਸਬ ਟੈਗ ਆਫ ਦਾ ਟਰਸਟ ਲੈਵਲ। ਤਾਂ ਟਰਸਟ ਲੈਵਲ ਦਾ ਇੱਕ ਸਬ ਟੈਗ ਲੈਂਦੀ ਆ। ਮਲਟੀਪਲ ਟਰਸਟ ਜਿਹਦੇ ਵਿੱਚ ਲੈਵਲ ਆ ਜਾਂਦੇ ਨੇਗੇ। ਸਬ ਟੈਗਸ ਕੈਨ ਬੀ ਪਲੇਸਡ ਵਿਦਨ ਦਾ ਸਿਕਿਉਰਿਟੀ ਪੋਲਿਸੀ। ਇਹ ਦੋਨਾਂ ਦੀ ਜਿਹੜੀ ਪਲੇਸ ਹੁੰਦੀ ਹੈ ਕਾਹਦੇ ਵਿੱਚ ਹੁੰਦੀ ਹੈ, ਸਿਕਿਉਰਿਟੀ ਪੋਲਿਸੀ ਦੇ ਵਿੱਚ। ਤਾਂ ਟਰਸਟ ਲੈਵਲ ਸਬ ਟੈਗ ਐਕਸੈਪਟ ਟੂ ਐਟਰੀਬਿਊਟ, ਦੋ ਨੂੰ ਲੈਂਦਾ। ਨੇਮ ਐਂਡ ਪੋਲਿਸੀ ਫਾਈਲ, ਵੀ ਕਿਹੜੀ ਫਾਈਲ ਦੇ ਵਿੱਚੋਂ ਲਿੱਤਾ ਗਿਆ ਅਤੇ ਉਹਦਾ ਨਾਮ ਕੀ ਆ। ਦਾ ਨੇਮ ਐਟਰੀਬਿਊਟ ਇਜ਼ ਯੂਜ਼ ਟੂ ਸਪੈਸੀਫਾਈ ਲੌਜੀਕਲ ਨੇਮ ਟੂ ਡਿਜ਼ਾਈਨਡ ਦਾ ਪੋਲਿਸੀ ਨੂੰ ਡਿਜ਼ਾਈਨ ਕਰਨ ਲਈ ਕੀ ਨੇਮ ਯੂਜ਼ ਕੀਤਾ ਗਿਆ। ਐਂਡ ਦਾ ਕਹਿੰਦੇ ਪੋਲਿਸੀ ਫਾਈਲ ਐਟਰੀਬਿਊਟ ਸਪੈਸੀਫਾਈ ਦਾ ਪੋਲਿਸੀ ਦੀ ਫਾਈਲ ਦੱਸਦੇ ਵੀ ਕਿਸ ਟਾਈਪ ਦੀ ਨੀਤੀ ਯੂਜ਼ ਕਰ ਰਹੇ ਹਾਂ। The default name setup the ASP dot as a full, by default full, high, low and none ਵੀ ਹੋ ਸਕਦਾ। The following code shows these names as well as one custom name and their associated policy file। ਉਹਦੀਆਂ ਫਾਈਲਸ ਹੋਣਗੀਆਂ। ਜਿਵੇਂ ਟਰਸਟ ਲੈਵਲ ਨੇਮ ਫੁੱਲ ਦੀ ਗੱਲ ਕੀਤੀ ਹੈ ਵੀ ਫੁੱਲ ਦੇ ਫੁੱਲ ਸਿਕਿਉਰਿਟੀ ਅਪਲਾਈ ਹੋ ਜੇ, ਤਾਂ ਪੋਲਿਸੀ ਫਾਈਲ ਕੀ ਹੋਊਗੀ ਆਪਣੇ ਕੋਲ, ਇੰਟਰਨਲ ਹੋਊਗੀ। ਠੀਕ ਹੈ। ਟਰਸਟ ਲੈਵਲ ਨੇਮ ਇਜ਼ ਇਕੁਅਲ ਟੂ ਹਾਈ ਪੋਲਿਸੀ ਦੀ ਗੱਲ ਕੀਤੀ ਹੈ, ਹਾਈ ਪੋਲਿਸੀ ਫਾਈਲ 'ਚੋਂ ਲੈਤੀ ਗਈ ਆ, ਇਜ਼ ਇਕੁਅਲ ਟੂ ਵੈਬ ਦੀ ਹਾਈ ਟਰਸਟ ਕੌਨਫੀਗਰੇਸ਼ਨ ਹੋ ਜੂਗੀ। ਟਰਸਟ ਲੈਵਲ ਨੇਮ ਲੋ ਆ ਜੇ ਪੋਲਿਸੀ ਫਾਈਲ ਹੈ, ਵੈਬ ਲੋਐਸਟ ਮਤਲਬ ਉਹ ਘੱਟ ਲੈਵਲ ਦੀ ਹੋ ਜੂਗੀ। ਟਰਸਟ ਲੈਵਲ ਨੇਮ ਇਜ਼ ਇਕੁਅਲ ਟੂ ਨਨ ਆ, ਵੀ ਉਹਦੇ ਵਿੱਚ ਕੋਈ ਸਿਕਿਉਰਿਟੀ ਨਹੀਂ। ਠੀਕ ਹੈ। ਟਰਸਟ ਲੈਵਲ ਨੇਮ ਮਾਈ ਲੈਵਲ, ਆਪਣੇ ਅਕੋਰਡਿੰਗ ਵੀ ਆਪਾਂ ਸੈਟਿੰਗ ਹੈ ਜਿਹੜੀ ਸਿਕਿਉਰਿਟੀ ਦੀ ਕਰ ਸਕਦੇ ਵੀ ਇੰਨੀ ਫਾਈਲ ਦੇ ਉੱਪਰ ਆਪਣੀ ਜਿਹੜੀ ਸਿਕਿਉਰਿਟੀ ਆ ਅਪਲਾਈ ਹੋ ਜਾਵੇ। ਠੀਕ ਹੈ। ਅੱਗੇ ਸਿਕਿਉਰਿਟੀ ਇਨ ਦਾ ਕੰਟੈਂਟਸ ਆਫ ASP.NET ਐਪਲੀਕੇਸ਼ਨ ਇਨਵੋਲਵ ਦਾ 3 ਫੰਡਾਮੈਂਟਲ ਆਪਰੇਸ਼ਨ, 3 ਤਰ੍ਹਾਂ ਦੇ ਆਪਰੇਸ਼ਨ ਲੈਂਦੀ ਆ। These operations are carried out during the lifetime of the each secure
ASP.NET ਵੈਬ ਐਪਲੀਕੇਸ਼ਨ ਐਂਡ ਡਿਸਕ੍ਰਾਈਬਡ ਐਜ਼ ਫੋਲੋਜ਼, ਮਤਲਬ ਕਿ ਹਰ ਇੱਕ ਦੀ ਲਾਈਫ ਟਾਈਮ ਦੇ ਅਕੋਰਡਿੰਗ ਉਹਨੂੰ ਆਪਾਂ ਯੂਜ਼ ਕਰਦੇ ਹਾਂ। ਜਿਵੇਂ ਔਂਥੀਕੇਸ਼ਨ ਦੀ ਗੱਲ ਕੀਤੀ ਆ, ਫਸਟ ਯੂ ਹੈਵ ਟੂ ਔਂਥੀਕੇਟ ਦਾ ਯੂਜ਼ਰ, ਪਹਿਲਾਂ ਯੂਜ਼ਰ ਨੂੰ ਔਂਥੀਕੇਟ ਕੀਤਾ ਜਾਂਦਾ। ਔਂਥੀਕੇਸ਼ਨ ਆਸਕ ਦਾ ਕੁਐਸਚਨ ਹੂ ਗੋਜ਼ ਹੇਅਰ, ਮਤਲਬ ਕਿ ਕੌਣ ਹੈ ਇੱਥੇ, ਮਤਲਬ ਕਿ ਉਹ ਕੁਝ ਕੁਐਸਚਨਸ ਪੁੱਟ ਕਰਦੀ ਆ। ਇਟ ਇਜ਼ ਡਿਟਰਮਾਈਨ ਹੂ ਇਜ਼ ਵਰਕਿੰਗ ਵਿਦ ਯੂਅਰ ਐਪਲੀਕੇਸ਼ਨ ਔਨ ਦਾ ਅਦਰ ਐਂਡ, ਵੀ ਦੂਸਰੇ ਪਾਸੇ ਤੁਹਾਡੀ ਐਪਲੀਕੇਸ਼ਨ ਦੇ ਨਾਲ ਕੰਮ ਕੌਣ ਕਰ ਰਿਹਾ। In ASP.NET application, authentication is implemented through one of the 4 possible authentication system। 4 ਤਰ੍ਹਾਂ ਦੇ ਸਿਸਟਮ ਇਹਦੇ ਵਿੱਚ ਅਪਲਾਈ ਕੀਤੇ ਜਾਂਦੇ ਨੇ, ਠੀਕ ਹੈ। ਔਂਥੀਕੇਸ਼ਨ ਦੇ ਵਿੱਚ ਆਪਾਂ ਮਤਲਬ ਇਹ ਸਿਕਿਉਰਿਟੀ ਦੇਖਦੇ ਆ ਵੀ ਜਿਹੜਾ ਯੂਜ਼ਰ ਇੱਥੇ ਕੰਮ ਕਰ ਰਿਹਾ ਕਿ ਉਹ ਇਹਦਾ ਮਤਲਬ ਕਿ ਅਸਲੀ ਯੂਜ਼ਰ ਹੈਗਾ, ਅਨਆਥੋਰਾਈਜ਼ਡ ਪਰਸਨ ਤਾਂ ਨਹੀਂ, ਆਥੋਰਾਈਜ਼ਡ ਪਰਸਨ ਹੀ ਹੈ ਨਾ। ਤਾਂ ਵਿੰਡੋਜ਼ ਔਂਥੀਕੇਸ਼ਨ ਹੋ ਗਈ, ਫਾਰਮਸ ਔਂਥੀਕੇਸ਼ਨ ਹੋ ਗਏ, ਪਾਸਪੋਰਟ ਔਂਥੀਕੇਸ਼ਨ ਹੋ ਗਿਆ ਐਂਡ ਕਸਟਮ ਔਂਥੀਕੇਸ਼ਨ ਪ੍ਰੋਸੈਸ ਹੋ ਗਈ, ਜਿਹਨੂੰ ਆਪਾਂ ਡਿਫਾਲਟ ਔਂਥੀਕੇਸ਼ਨ ਵੀ ਬੋਲ ਸਕਦੇ ਹਾਂ। ਪਹਿਲਾਂ ਵਿੰਡੋਜ਼ ਔਂਥੀਕੇਸ਼ਨ ਦੇਖੋ। ਇਨ ਵਿੰਡੋਜ਼ ਔਂਥੀਕੇਸ਼ਨ ਕਹਿੰਦੇ ਜਿਹੜਾ IIS ਪਰਫੋਰਮ ਦਾ ਔਂਥੀਕੇਸ਼ਨ, ਇਹਦੇ ਵਿੱਚ ਕਿ ਇੰਟਰ ਇਨਫੋਰਮੇਸ਼ਨ ਜੋ ਵੀ ਆਪਣੇ ਕੋਲੇ ਇਵੈਂਟਸ ਹੁੰਦੀਆਂ ਨੇ, ਜੋ ਵੀ ਆਪਣੇ ਕੋਲੇ ਸਿਸਟਮਸ ਹੁੰਦੀਆਂ ਨੇ ਜਾਂ ਸਰਵਿਸ ਹੁੰਦੀਆਂ ਨੇ, ਪਰਫੋਰਮ ਦਾ ਔਂਥੀਕੇਸ਼ਨ ਨੂੰ ਪਰਫੋਰਮ ਕਰਦੇ ਆ। ਐਂਡ ਕਹਿੰਦੇ ਔਂਥੀਕੇਟਡ ਟੋਕਨ ਇਜ਼ ਕਹਿੰਦੇ ਫਾਰਵਰਡ ਟੂ ਦਾ ASP.NET ਵਰਕ ਪ੍ਰੋਸੈਸ ਵਰਕਰ ਕੋਲੇ, ਮਤਲਬ ਪ੍ਰੋਸੈਸ ਦੇ ਲਈ ਫਾਰਵਰਡ ਕਰ ਦਿੰਦੇ ਆ। ਦਾ ਐਡਵਾਂਟੇਜ ਆਫ ਯੂਜ਼ਿੰਗ ਵਿੰਡੋ ਔਂਥੀਕੇਸ਼ਨ ਇਜ਼ ਦੈਟ ਰਿਕੁਆਇਰ ਦਾ ਮਿਨੀਮਮ ਕੋਡਿੰਗ, ਇਹਦੇ ਵਿੱਚ ਆਪਾਂ ਨੂੰ ਕੋਡਿੰਗ ਘੱਟ ਕਰਨੀ ਪੈਂਦੀ, ਇਹਦੀ ਐਡਵਾਂਟੇਜ ਇਹ ਆ। You may want to use the window authentication to impersonate the Windows user account that, मतलब कि विंडो के उपर जो यूजर का अकाउंट है उस चीज़ को मतलब कि ऑथेंटिकेट करने के लिए आप इनू की करते हैं यूज़ करते हैं, ठीक है जी। अगे आ गया अपने को फॉर्म्स ऑथेंटिकेशन। फॉर्म्स ऑथेंटिकेशन रेफर टू गिवन द सिस्टम विच अनऑथोराइज्ड रिक्वेस्ट आर रीडायरेक्टेड टू द हाइपरटेक्स्ट मार्कअप लैंग्वेज फॉर्म इन विच यूजर टाइप देयर क्रेडेंशियल। ਕਹਿੰਦੇ ਵੀ ਫਾਰਮ ਔਂਥੀਕੇਸ਼ਨ ਰੈਫਰ ਟੂ ਇਹ ਸਿਸਟਮ ਉਸਨੂੰ ਰੈਫਰ ਕਰਦੇ ਜਿਹੜਾ ਅਨਔਥੀਕੇਟਡ ਰਿਕੁਐਸਟ ਹੁੰਦੀ ਆ, ਵੀ ਜਿਹਨੂੰ ਆਪਾਂ ਮਤਲਬ ਕਿ ਪਾਲਣਾ ਨਹੀਂ ਕੀਤੀ, ਜਿਹਨੂੰ ਆਪਾਂ ਪਾਸ ਨਹੀਂ ਕੀਤਾ, ਆਪਣੇ ਰੀਡਾਇਰੈਕਟ ਮਤਲਬ ਕਿ ਇਹਦੇ ਕੋਲੇ ਚਾਹੀਦੇ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਫਾਰਮ ਦੇ ਵਿੱਚ ਚਲੀ ਜਾਂਦੀ ਆ, ਵਿਚ ਯੂਜ਼ਰ ਟਾਈਪ ਦੇਅਰ ਕ੍ਰੈਡੈਂਟਲ, ਮਤਲਬ ਕਿ ਉਹ ਤੇ ਦੇਖਦਾ ਵੀ ਉਹਨੂੰ ਟਾਈਪ ਕਰਦਾ। ਆਫਟਰ ਦਾ ਯੂਜ਼ਰ ਪ੍ਰੋਵਾਈਡ ਦਾ ਕ੍ਰੈਡੈਂਟਲ ਐਂਡ ਸਬਮਿਟ ਦਾ ਫਾਰਮ, ਜਦੋਂ ਉਹਦੇ ਵਿੱਚ ਉਹ ਟਾਈਪ ਕਰ ਦਿੰਦਾ ਜੋ ਵੀ ਆਪਾਂ ਰਿਕੁਐਸਟ ਪਾਸ ਕੀਤੀ ਆ, ਠੀਕ ਹੈ, ਤਾਂ ਉਹਨੂੰ ਫਾਰਮ ਨੂੰ ਸਬਮਿਟ ਕਰਦਾ। ਤਾਂ ਐਪਲੀਕੇਸ਼ਨ ਔਥੈਂਟੀਕੇਟ ਦਾ ਰਿਕੁਐਸਟ, ਮਤਲਬ ਐਪਲੀਕੇਸ਼ਨ ਔਥੈਂਟੀਕੇਟਸ ਕਰਦਾ ਉਸ ਰਿਕੁਐਸਟ ਦੀ, ਮਤਲਬ ਜਾਂਚ ਪੜਤਾਲ ਕਰਦਾ। ਐਂਡ ਤਾਂ ਕਹਿੰਦੇ ਸਿਸਟਮ ਇਸ਼ੂ ਐਂਡ ਆਥੋਰਾਈਜੇਸ਼ਨ ਟਿਕਸ ਇਨ ਦੀ ਫਾਰਮ ਆਫ ਕੁਕੀ ਦੀ ਫਾਰਮ ਦੇ ਵਿੱਚ ਉਹਨਾਂ ਨੂੰ ਇੱਕ ਟਿਕਟ ਹੈ ਜਿਹੜਾ ਇਸ਼ੂ ਕਰ ਦਿੰਦਾ। ਤਾਂ ਦਿਸ ਕੁਕਿੰਗ ਕੰਟੇਨ ਦਾ ਕਹਿੰਦੇ ਕ੍ਰੈਡੈਂਟਲ ਔਰ ਕੀ ਟੂ ਰਿਕੁਆਇਰ ਦਾ ਆਇਡੈਂਟੀਟੀ, ਉਹ ਆਪਾਂ ਨੂੰ ਇਹ ਆਇਡੈਂਟੀਫਾਈ ਕਰ ਦਿੰਦਾ ਵੀ ਮਤਲਬ ਇਹ ਫਾਰਮ ਆਪਣੇ ਕੋਲ ਹੈਗਾ ਸੀ ਜਾਂ ਨਹੀਂ ਹੈਗਾ ਸੀ। ਤਾਂ ਸਬਸੀਕੁਐਂਟ ਰਿਕੁਐਸਟ ਫਾਰਮ ਦਾ ਯੂਜ਼ ਬਰਾਊਜ਼ਰ ਆਟੋਮੈਟਿਕਲੀ ਇਨਕਲੂਡ ਦਾ ਕੁਕੀਜ਼, ਆਪਣੇ ਆਪ ਹੀ ਕੁਕੀਜ਼ ਨੂੰ ਕੀ ਕਰ ਲੈਂਦੀਆਂ ਨੇ, ਇਨਕਲੂਡ ਕਰ ਲੈਂਦੀਆਂ ਨੇ। ਅੱਗੇ ਆ ਗਿਆ ਪਾਸਪੋਰਟ ਔਥੈਂਟੀਕੇਸ਼ਨ। ਜਿਹੜੀ ਪਾਸਪੋਰਟ ਔਥੈਂਟੀਕੇਸ਼ਨ ਹੁੰਦੀ ਆ ਇਜ਼ ਅ ਸੈਂਟਰਲਾਈਜ਼ ਔਥੈਂਟੀਕੇਸ਼ਨ ਹੁੰਦੀ ਹੈ ਸਰਵਿਸ ਵਿੱਚ ਮਾਈਕਰੋਸੋਫਟ ਪ੍ਰੋਵਾਈਡ ਕਹਿੰਦੇ ਦੈਟ ਆਫਰ ਅ ਸਿੰਗਲ ਲੌਗ ਔਨ ਦਾ ਕੋਰ ਪ੍ਰੋਫਾਈਲ ਸਰਵਿਸ ਫਾਰ ਮੈਂਬਰ ਸਾਈਟ। ਮੈਂਬਰ ਮਤਲਬ ਕਿ ਆਪਣੇ ਕੋਲ ਇੱਕ ਸਾਈਟ ਦੇ ਉੱਪਰ ਮਤਲਬ ਆਪਾਂ ਉਹ ਕਰਨੀ ਹੈਗੀ, ਲੌਗਇਨ ਹੋਣਾ ਚਾਹੁੰਦੇ ਹਾਂ, ਸਿੰਗਲ ਲੌਗਇਨ ਆ। ਕਹਿੰਦੇ ਜਿਹੜੀ ਪਾਸਪੋਰਟ ਔਥੈਂਟੀਕੇਸ਼ਨ ਕੀ ਹੈ, ਇੱਕ ਸੈਂਟਰਲਾਈਜ਼ਡ ਔਥੈਂਟੀਕੇਸ਼ਨ ਸਰਵਿਸ ਹੁੰਦੀ ਹੈ, ਮਤਲਬ ਸੈਂਟਰ ਲੈਵਲ 'ਤੇ ਆ ਜਾਂਦੀ ਆ। which Microsoft provide that offer a single log-on and core profile service for member site, ਜਿਹੜੀ ਇਹਦੇ ਸਾਈਟਸ ਨੇ ਉਹਨਾਂ ਲਈ ਮਤਲਬ ਪ੍ਰੋਫਾਈਲ ਸਰਵਿਸ ਦਿੰਦਾ। ਟਾਈਪਿਕਲੀ ਜਿਹੜੀ ਪਾਸਪੋਰਟ ਔਥੈਂਟੀਕੇਸ਼ਨ ਇਜ਼ ਯੂਜ਼ਡ ਵੈਨ ਯੂ ਨੀਡ ਸਿੰਗਲ ਲੌਗ-ਔਨ ਕੈਪੇਬਿਲਿਟੀ ਅਕਰੋਸ ਦ ਮਲਟੀਪਲ ਡੋਮੇਨਸ, ਮਤਲਬ ਇੱਕ ਸਿੰਗਲ ਐਂਟੀਟੀ ਨਹੀਂ, ਮਤਲਬ ਮਲਟੀਪਲ ਸਾਈਟਸ ਦੇ ਉੱਪਰ ਜਦੋਂ ਲੌਗਇਨ ਹੋਣਾ ਤਾਂ ਉਹਨੂੰ ਕੀ ਬੋਲਦੇ ਨੇ, ਪਾਸਪੋਰਟ ਔਥੈਂਟੀਕੇਸ਼ਨ ਬੋਲਦੇ ਨੇ। ਕਿ ਰਾਜੇ ਦੇਖੋ ਜਿਵੇਂ ਆਪਾਂ ਇਹ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਪਾਸਪੋਰਟ ਬਣਾਉਣੇ ਆ ਤਾਂ ਠੀਕ ਆ, ਆਪਾਂ ਬਾਹਰ ਜਾਣ ਦੇ ਲਈ ਪਾਸਪੋਰਟ ਬਣਾਉਣੇ ਆ ਨਾ, ਤਾਂ ਮਤਲਬ ਆਪਾਂ ਅਲੱਗ-ਅਲੱਗ ਕੰਟਰੀਜ਼ ਨੂੰ ਐਕਸੈਸ ਕਰ ਸਕਦੇ ਹੁੰਦੇ ਹਾਂ, ठीक है। पर लॉगिन की अपनी सिंगल है भी आप इंडिया तो बनवाया हो। अगे आ गया अपने को डिफॉल्ट ऑथेंटिकेशन। डिफॉल्ट ऑथेंटिकेशन इज यूज्ड वैन यू डू डोंट वांट एनी सिक्योरिटी ऑन योर वैब एप्लीकेशन, जो कोई भी मतलब कि सिक्योरिटी जी वैब एप्लीकेशन से तुम नहीं लगाना चाहते तो एक्सैस इज रिक्वायर्ड फॉर दिस सिक्योरिटी प्रोवाइडर, तो मतलब कि सिक्योरिटी अपने आप ही की कर दिंदा आपां नूं प्रोवाइड करवा दिंदा, तो उन्होंने की बोल दिंदे आपां डिफॉल्ट ऑथेंटिकेशन के नाम नाल जाणिया जांदा। जिहड़ी डिफॉल्ट ऑथेंटिकेशन हुंदी है बेटा प्रोवाइड द मैक्सिमम परफॉर्मेंस फॉर योर ऐप, मतलब ज़्यादा तो ज़्यादा परफॉर्मेंस है जी अपनी एप्लीकेशन के लिए की करती है आपां प्रोवाइड करती, तो अपनी चॉइस के अकॉर्डिंग आप की कर सकते हैं, सैट कर सकते हैं। अगे आगे अपने को ऑथोराइजेशन। ऑथोराइजेशन की होंगे सैकेंड एज सुन एज यू नो हू इज़ वर्किंग विद योर एप्लीकेशन, ये आप ये चैक करते हैं भी अपने सिस्टम के नाल काम कौन कर रहा। योर एप्लीकेशन हैज़ टू डिसाइड विच ऑपरेशन द यूजर मे एग्जीक्यूट एंड विच रिसोर्स फॉर द यूजर मे एक्सैस, तो मतलब कि ये देखा जी एप्लीकेशन के अपना डिसाइड हो जाता भी किहड़े ऑपरेशन परफॉर्म करने तो की एग्जीक्यूट करवाना, तो किहड़े रिसोर्स यूज करने भी उन्होंने बारे मतलब कि सारी डिटेल आ जाती है। इन द अदर वर्ड्स ऑथोराइजेशन आस्क द क्वेश्चन व्हाट इज योर क्लीयरेंस लैवल, तो ऑथोराइजेशन ये पूछते तुहाडा क्लीयरेंस का की लैवल है। ऑथोराइजेशन इज द प्रोसैस ऑफ डिटरमाइनिंग द एंड रेस्टिकेशन असाइंड आ ऑथेंटिकेटेड यूजर, तो ये चीज़ चैक की जाती है भी मतलब ला के कानून के अकॉर्डिंग
ਵੀ ਦੇਖਦੇ ਆ ਵੀ ਜਿਹੜਾ ਯੂਜ਼ਰ ਇਹਨੂੰ ਚਲਾ ਰਿਹਾ ਕਿ ਉਹ ਇਹਦਾ ਮਤਲਬ ਮੈਂਬਰ ਹੈਗਾ ਜਾਂ ਨਹੀਂ ਹੈਗਾ। ਤਾਂ ਇਨ ਅਦਰ ਵਰਡਸ ਆਥੋਰਾਈਜੇਸ਼ਨ ਇਜ਼ ਅ ਚੈੱਕ ਦੈਟ ਇਜ਼ ਪਰਫਾਰਮਡ ਐਟ ਐਵਰੀ ਸਟੇਜ ਆਫ ਦਾ ਰਿਕੁਐਸਟ ਪ੍ਰੋਸੈਸਿੰਗ। ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਜਿਹੜੀ ਆਥੋਰਾਈਜੇਸ਼ਨ ਹੈ ਚੈੱਕ ਦੈਟ ਇਜ਼ ਪਰਫਾਰਮਡ ਐਟ ਐਵਰੀ ਸਟੇਜ, ਹਰ ਇੱਕ ਸਟੇਜ 'ਤੇ ਜਦੋਂ ਰਿਕੁਐਸਟ ਪ੍ਰੋਸੈਸਿੰਗ ਸਾਈਕਲ ਚੱਲਦਾ ਵੈਬ ਸਰਵਰ ਦੇ ਉੱਪਰ ਤਾਂ ਹਰ ਇੱਕ ਸਟੇਜ 'ਤੇ ਮਤਲਬ ਇਹਨੂੰ ਪਰਫਾਰਮ ਕੀਤਾ ਜਾਂਦਾ। ਦਿਸ ਚੈੱਕ ਇਨਸ਼ੋਰ ਦੈਟ ਐਕਸੈਸ ਇਜ਼ ਗਿਵਨ ਓਨਲੀ ਟੂ ਦਾ ਅਲਾਉਡ ਰਿਸੋਰਸ, ਮਤਲਬ ਕਿ ਐਕਸੈਸ ਉਹੀ ਕਰ ਸਕਦੇ ਜਿਹੜੇ ਅਲਾਉ ਕੀਤੇ ਗਏ ਰਿਸੋਰਸ ਉਹਨਾਂ ਨੂੰ ਹੀ ਐਕਸੈਸ ਕੀਤਾ ਜਾ ਸਕਦਾ। ASP.NET ਆਫਰ ਦਾ ਫੋਲੋਇੰਗ ਆਥੋਰਾਈਜੇਸ਼ਨ ਪ੍ਰੋਵਾਈਡਰ, ਫਾਈਲ ਆਥੋਰਾਈਜੇਸ਼ਨ, URL ਆਥੋਰਾਈਜੇਸ਼ਨ। ਜਿਹੜੀ ਫਾਈਲ ਆਥੋਰਾਈਜੇਸ਼ਨ ਹੁੰਦੀ ਹੈ ਇਹਦੇ ਵਿੱਚ ਜਿਹੜੀ ਫਾਈਲ ਆਥੋਰਾਈਜੇਸ਼ਨ ਮੋਡਿਊਲ ਹੈ ਕਲਾਸ ਪਰਫਾਰਮ ਫਾਈਲ ਆਥੋਰਾਈਜੇਸ਼ਨ ਐਂਡ ਇਜ਼ ਐਕਟਿਵ ਵੈਨ ਯੂ ਯੂਜ਼ ਦਾ ਵਿੰਡੋ ਔਥੈਂਟੀਕੇਸ਼ਨ। ਕਹਿੰਦੇ ਜਿਹੜੀ ਫਾਈਲ ਆਥੋਰਾਈਜੇਸ਼ਨ ਮੋਡਿਊਲ ਹੈ ਇਹ ਕਲਾਸ ਜਿਹੜੀ ਕਲਾਸ ਨੇ ਇਹ ਪਰਫਾਰਮ ਕਰਦੀ ਹੈ ਕਿਹਨੂੰ, ਫਾਈਲ ਆਥੋਰਾਈਜੇਸ਼ਨ ਨੂੰ, ਮਤਲਬ ਫਾਈਲ ਦੀ ਅਥੋਰਟੀ ਚੈੱਕ ਕੀਤੀ ਜਾਂਦੀ ਹੈ। ਐਂਡ ਐਕਟਿਵ ਉਦੋਂ ਕਰਦੇ ਜਦੋਂ ਆਪਾਂ ਇਹਨੂੰ ਵਿੰਡੋ ਮਤਲਬ ਯੂਜ਼ ਕਰਦੇ ਨੇ ਵਿੰਡੋ ਦੇ ਵਿੱਚ। ਫਾਈਲ ਆਥੋਰਾਈਜੇਸ਼ਨ ਮੋਡਿਊਲ ਇਜ਼ ਰਿਸਪੋਂਸੀਬਲ ਫਾਰ ਪਰਫਾਰਮਿੰਗ ਚੈੱਕ ਔਨ ਦਾ ਵਿੰਡੋ ਐਕਸੈਸ ਕੰਟਰੋਲ ਲਿਸਟ। ਜਿਹੜੀ ਵਿੰਡੋ ਨੂੰ ਐਕਸੈਸ ਕਰਨ ਦੇ ਲਈ ਜਿਹੜੀਆਂ ਕੰਟਰੋਲ ਲਿਸਟਾਂ ਯੂਜ਼ ਕੀਤੀਆਂ ਜਾਂਦੀਆਂ ਨੇ ਬੇਟਾ ਉਹਨਾਂ ਦੀ ਰਿਸਪੋਂਸੀਬਿਲਿਟੀ ਹੁੰਦੀ ਹੈ ਕਿਹਦੀ, ਆਥੋਰਾਈਜੇਸ਼ਨ ਮੋਡਿਊਲ ਦੀ। ਟੂ ਡਿਟਰਮਾਈਨ ਵੈਦਰ ਅ ਯੂਜ਼ਰ ਸ਼ੁੱਡ ਹੈਵ ਐਕਸੈਸ, ਉਹਦੇ ਵਿੱਚ ਇਹ ਚੈੱਕਦਾ ਵੀ ਯੂਜ਼ਰ ਉਹਨੂੰ ਪੜ੍ਹਨਾ ਚਾਹੀਦਾ ਜਾਂ ਨਹੀਂ ਪੜ੍ਹਨਾ ਚਾਹੀਦਾ ਯੂਜ਼ਰ ਨੂੰ। आगे URL authorization, the URL authorization module class perform the uniform resource locator authorization perform करती है, which control the authorization based on the URL namespace के according पता लगता है। URL namespace can be quite different from the physical folder and file path, मतलब एक फोल्डर है एक फाइल का जोड़ा मतलब जिथे भी फाइल स्टोर पई तो अलग होंगी है। दैट NTF परमिशन यूज़ मतलब कि वो अपने अकॉर्डिंग नैटवर्क के अकॉर्डिंग परमिशन यूज़ करती है। URL authorization module implement both पॉजिटिव एंड नैगेटिव ऑथोराइजेशन असर्शन, दोनों तरह की देंगे पॉजिटिव भी तो नैगेटिव भी। दैट इज यू कैन यूज़ द मॉड्यूल टू सिलेक्टिविटी अलाउ और डिने एक्सैस टू एट्रीब्यूट, तो ये मॉड्यूल मतलब सिलेक्ट करता भी वो की करता जो भी पार्ट्स ने URL के उन्होंने एक्सैस करने मतलब कि परमिशन दे भी सकता नहीं भी दे सकता। तो फॉर यूज़र रोल्स जिमें सच एज मैनेजर टेस्टर हो गए एडमिनिस्ट्रेटर हो गए एंड वर्ब हो गई जिमें गेट पोस्ट वगैरह ये सारिया आप यूज़ ये कर सकते हैं। अगे आगे अपने को ऑथेंटिकेशन इन वैब एप्लीकेशन, वैब एप्लीकेशन के ऑथेंटिकेशन किमें की जाती है। इन द वैब एप्लीकेशन डिफरेंट टाइप ऑफ ऑथोराइजेशन हैपन एट डिफरेंट लैवल, अलग अलग लैवल पर अलग अलग तरह की ऑथोराइजेशन है जी वापरती है। फॉर एग्जाम्पल एट द टॉप मोस्ट लैवल पर देखिए यू कोड कैन एक्समाइन द यूजर आइडेंटिटी एंड डिसाइड वैदर टू कंटिन्यू गिवन ऑपरेशन, मतलब वो टॉप मोस्ट लैवल के चैक किया जाता भी जो कोड को आइडेंटिफाई करता गा यूजर तो वो डिसाइड करता भी इनू ऑपरेशन आप अगे कंटिन्यू करना या नहीं करना। हुण आ गया लोअर लैवल पर गल, ऑन द लोअर लैवल यू कैन कॉन्फिगर ASP.NET टू डिने एक्सैस टू एक्सैस वैब पेज आर डायरैक्टरीज फॉर द सर्टेन यूजर रूल्स, ये मतलब उन्होंने छड्ड भी सकदा जिहड़े कुछ जिहड़े मतलब कि यूजर के रूल्स वगैरह होंदे ने उन्होंने की कर सकता है छड्ड भी सकदा। ठीक है जी, अगे अपने को कुछ ये दो तरह दी रेस्ट्रिक्शनस अपलाई होंदियां ने जिमें नंबर ऑफ द यूजर अकाउंट तो अगे लाइसेंस इशू। नंबर ऑफ यूजर अकाउंट के की होंदा बेटा आल दो विंडोज़ जी अपने को एक्टिव डायरैक्टरी होंदी है भी मतलब जिथे विंडो अपनी काम कर रही होंगी है कैन स्केल अप टू द लार्ज नंबर ऑफ यूजर अकाउंट, तो वो आप बहुत सारे यूजर अकाउंट ऐड कर लेने जिमें बेटा तुम अकाउंट्स ऐड कर देने जिवें अपने कॉलेज वाले PCs के उपर GTV अकाउंट्स जो ओपन होंगे आप अपना अकाउंट्स भी जो क्रिएट कर सकते होंगे। मैनेजिंग ऑल द यूजर अकाउंट्स फॉर इंटरनेट एप्लीकेशंस के लिए कैन भी कहते बिग मैनेजमेंट चैलेंज होंगे इफ नॉट अ नाइटमेयर, मतलब कि बहुत बड़ा चैलेंज है इनू ईजिली नहीं लिया जा सकता। दे आर फॉर मोस्ट वैब एडमिनिस्ट्रेशन एंड डिवेलपर्स प्रैफर एंड ऑथेंटिकेशन मैकेनिज्म दैट इज़ बेस्ड ऑन द डाटाबेस, तो वो डाटाबेस पर डिपेंड करते भी किस टाइप का डाटाबेस उन्होंने यूज़ करना। अगे आगे अपने को लाइसेंसिंग इशू कहते इफ मिलियंस ऑफ यूजर वर टू बी ऑथेंटिकेटेड अगेन एक्टिव डायरैक्टरी डाटाबेस, मतलब कि उन्होंने दोबारा ऑथेंटिकेट करना चाहते हैं तो वैबसाइट वुड नीड टू प्रोस्योर कहते यूजर लाइसेंस फॉर ऑल द यूजर, सारे एक यूजर लाइसेंस देंदी है कोई पासवर्ड वगैरह दे देंदी है भी जिहदे अकॉर्डिंग वो एंट्री करके अगे मतलब कि अपनी जो वर्क कंटिन्यू कर सकते हैं। दस टू से दैट द लीस्ट एट कैन बी प्रूव टू द एक्सपेंसिव प्रोपोजिशन, ता करके इन्हूं महंगी प्रोपोजिशन के नाम जाना जाता है। ठीक है, अगे अपने को आगे कॉन्फिडेंशियल एंड इंटीग्रिटी कहते जी कॉन्फिडेंशियल मीनस इंश्योरिंग दैट डाटा कैन नॉट बी व्यूड बाय अनऑथोराइज यूजर, तो ये यकीन बनाया जाता है भी जो डाटा का भी अनऑथोराइज मतलब कि व्यू नहीं किया जाता। ठीक है, वाइल बीइंग ट्रांसमिटेड ओवर अ नैटवर्क और स्टोर्ड इन द डाटा स्टोर सच एज द डाटाबेस, जो डाटाबेस के स्टोर किया गया नैटवर्क के द्वारा ट्रांसमिट किया जा रहा मतलब कि वो अनऑथोराइज यूजर जो मतलब यदा पार्ट हिस्सा नहीं है पर्सन उन्होंने शो नहीं किया जाता। तो कहते इंटीग्रिटी इज़ ऑल अबाउट इंश्योरिंग दैट
nobody can change the data while it transmitting over a network। ਜਦੋਂ ਨੈਟਵਰਕ ਦੇ ਦੁਆਰਾ ਜਾਂ ਸਟੋਰਡ ਮਤਲਬ ਕਿਤੇ ਵੀ ਪਿਆ ਡਾਟਾ ਉਹਦੇ ਵਿੱਚ ਇਹ ਯਕੀਨ ਬਣਾਇਆ ਜਾਂਦਾ ਵੀ ਕੋਈ ਵੀ ਇਹਦੇ ਵਿੱਚ ਚੇਂਜਸ ਆ ਜਿਹੜੇ ਨਹੀਂ ਕਰ ਸਕਦਾ। ਬੋਥ ਆਰ ਬੇਸਡ ਔਨ ਇਨਕ੍ਰਿਪਸ਼ਨ। ਦੋਨੇ ਚੀਜ਼ਾਂ ਕਾਹ 'ਤੇ ਡਿਪੈਂਡ ਕਰਦੀਆਂ ਨੇ? ਇਨਕ੍ਰਿਪਸ਼ਨ 'ਤੇ ਡਿਪੈਂਡ ਕਰਦੀਆਂ ਨੇ। ਇਨਕ੍ਰਿਪਸ਼ਨ ਇਜ਼ ਦਾ ਪ੍ਰੋਸੈਸ ਆਫ ਸਕ੍ਰੈਂਬਲਿੰਗ ਡਾਟਾ ਸੋ ਦੈਟ ਇਜ਼ ਕਹਿੰਦੇ ਅਨਰੀਡੇਬਲ ਬਾਏ ਦਾ ਅਦਰ ਯੂ। ਮਤਲਬ ਜਿਹੜੀ ਇਨਕ੍ਰਿਪਸ਼ਨ ਪ੍ਰੋਸੈਸ ਹੈ ਕਿ ਸਕ੍ਰੈਂਬਲਿੰਗ ਮਤਲਬ ਡਾਟੇ ਨੂੰ ਚੇਂਜ ਕਰ ਦਿੰਦੇ ਕਾਹਦੀ ਫੋਰਮ ਦੇ ਵਿੱਚ? ਮਸ਼ੀਨ ਲੈਂਗੁਏਜ ਦੇ ਵਿੱਚ। ਤਾਂ ਮਸ਼ੀਨ ਲੈਂਗੁਏਜ ਦੇ ਵਿੱਚ ਜਦੋਂ ਉਹ ਡਾਟਾ ਪਿਆ ਹੁੰਦਾ ਤਾਂ ਉਹਨੂੰ ਕੀ ਕਰਦੇ ਆ ਮਤਲਬ ਦੂਸਰੇ ਯੂਜ਼ਰ ਇਹਨੂੰ ਰੀਡ ਨਹੀਂ ਕਰ ਸਕਦੇ। ਜਦੋਂ ਮਸ਼ੀਨੀ ਲੈਂਗੁਏਜ ਦੇ ਵਿੱਚ ਡਾਟਾ ਕੋਈ ਵੀ ਯੂਜ਼ਰ ਉਹਨੂੰ ਰੀਡ ਆ ਜਿਹੜਾ ਨਹੀਂ ਕਰ ਸਕਦਾ। ਇਨਕ੍ਰਿਪਸ਼ਨ ਇਨ ਦਾ ASP.NET ਇਜ਼ ਅ ਕੰਪਲੀਟਲੀ ਸੈਪਰੇਟ ਫੀਚਰ ਫਰੋਮ ਦਾ ਔਥੈਂਟੀਕੇਸ਼ਨ। ਔਥੈਂਟੀਕੇਸ਼ਨ ਤੋਂ ਅਲੱਗ ਹੀ ਫੀਚਰ ਹੈ ਆਥੋਰਾਈਜੇਸ਼ਨ ਤੋਂ ਤੇ ਇੰਪ੍ਰੈਸ਼ਨਸ ਤੋਂ। ਠੀਕ ਹੈ, ਤਾਂ ਯੂ ਕੈਨ ਯੂਜ਼ ਦਾ ਕੰਬੀਨੇਸ਼ਨ ਵਿਦ ਦੀਸ ਫੀਚਰ ਔਨ ਦਿਸ ਓਨ। ਤਾਂ ਉਹਦੀ ਕੰਬੀਨੇਸ਼ਨ ਦੇ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਐਜ਼ ਆ ਮੈਂਸ਼ਨ ਪ੍ਰੀਵੀਅਸ ਯੂ ਮਾਈਟ ਵਾਂਟ ਟੂ ਯੂਜ਼ ਇਨਕ੍ਰਿਪਸ਼ਨ ਇਨ ਦਾ ਵੈਬ ਐਪਲੀਕੇਸ਼ਨ ਫਾਰ ਦਾ 2 ਰੀਜ਼ਨ। 2 ਰੀਜ਼ਨ ਦੇ ਕਾਰਨ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਪਹਿਲਾ ਹੈਗਾ ਟੂ ਪ੍ਰੋਟੈਕਟ ਦਾ ਕਮਿਊਨੀਕੇਸ਼ਨ, ਟੂ ਪ੍ਰੋਟੈਕਟ ਦਾ ਕਮਿਊਨੀਕੇਸ਼ਨ ਡਾਟਾ ਓਵਰ ਦਾ ਵਾਇਰ। ਮਤਲਬ ਕਿ ਫੋਰ ਐਗਜ਼ਾਮਪਲ ਜਿਵੇਂ ਮੰਨ ਕੇ ਚੱਲੋ ਕਹਿੰਦੇ ਯੂ ਮਾਈਟ ਵਾਂਟ ਟੂ ਮੇਕ ਦਾ ਸ਼ੋਰ ਆ ਕਹਿੰਦੇ ਵੈਪੋ ਵੇਵਜ਼ ਡਰੋਪਰ ਔਨ ਦਾ ਪਬਲਿਕ ਇੰਟਰਨੈਟ ਕੈਨ ਨੋਟ ਰੀਡ ਆ ਕ੍ਰੈਡਿਟ ਐਂਡ ਕਾਰਡ ਨੰਬਰ ਦੈਟ ਇਜ਼ ਯੂਜ਼ ਟੂ ਪਰਚੇਜ਼ ਦਾ ਆਈਟਮ ਔਨ ਯੂਅਰ ਈ-ਕਮਰਸ ਸਾਈਟ। ਜਿਵੇਂ ਤੁਸੀਂ ਈ-ਕਮਰਸ ਸਾਈਟ ਹੁੰਦੇ ਕੋਈ ਮਤਲਬ ਇਲੈਕਟ੍ਰੋਨਿਕ ਕੋਈ ਵੀ ਚੀਜ਼ ਮਤਲਬ ਤੁਸੀਂ ਔਨਲਾਈਨ ਜਦੋਂ ਪਰਚੇਜ਼ ਕਰਦੇ ਆ ਤੁਸੀਂ ਆਪਣਾ ਕ੍ਰੈਡਿਟ ਕਾਰਡ ਨੰਬਰ ਕਿਸੇ ਦੇ ਨਾਲ ਵੀ ਮਤਲਬ ਸ਼ੇਅਰ ਨਹੀਂ ਕਰਨਾ ਚਾਹੁੰਦੇ। ਤਾਂ ਇੰਡਸਟਰੀ ਸਟੈਂਡਰਡ ਅਪਰੋਚ ਟੂ ਦਾ ਪ੍ਰੋਬਲਮ ਇਜ਼ ਟੂ ਯੂਜ਼ ਦਾ SSL। ਤਾਂ ਮਤਲਬ ਇੱਥੇ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਹੈ। SSL ਮਤਲਬ ਆਪਣੇ ਕੋਲ ਜਿਹੜੀ ਸਿੰਗਲ ਸਮੋਲ ਸਕੇਲ ਉਹ ਹੁੰਦੀ ਹੈ ਇੰਟੀਗ੍ਰੇਸ਼ਨ ਹੁੰਦੀ ਹੈਗੀ ਸਿੰਗਲ ਸਮੋਲ ਸਕੇਲ ਆ ਗਈ ਜਿਹੜੀ ਆਪਣੇ ਕੋਲ ਇੰਟੀਗ੍ਰੇਸ਼ਨਸ ਆ ਜਾਂਦੀ ਹੈ। ਆਲਸੋ ਇੰਪਲੀਮੈਂਟਡ ਡਿਜੀਟਲ ਸਿਗਨੇਚਰ ਫਾਰ ਇੰਸ਼ੋਰਿੰਗ ਇੰਟੀਗ੍ਰਿਟੀ। ਤਾਂ ਇਹਦੇ ਵਿੱਚ ਡਿਜੀਟਲ ਸਿਗਨੇਚਰ ਮਤਲਬ ਕਿ ਇੱਕ ਸਿਗਨੇਚਰ ਹੁੰਦੇ ਆ ਡਿਜੀਟਲ ਜਿਵੇਂ ਆਪਾਂ ਮਤਲਬ ਕਿ ਮੰਨ ਕੇ ਚੱਲੀਏ ਕੋਈ ਵੀ ਚੀਜ਼ ਨੂੰ ਆਪਾਂ ਓਪਨ ਕਰਨਾ ਡਿਜੀਟਲ ਸਿਗਨੇਚਰ ਵਗੈਰਾ ਆਪਾਂ ਯੂਜ਼ ਕਰਕੇ ਵੀ ਆਪਾਂ ਮਤਲਬ ਕਿ ਉਹ ਆਪਣੀ ਇੱਕ ਸਿਕਿਉਰਿਟੀ ਦਾ ਕੰਮ ਕਰਦੀ ਹੈ ਵੀ ਡਿਜੀਟਲ ਸਿਗਨੇਚਰ ਦੀ ਵਰਤੋਂ ਕਰਕੇ ਆਪਾਂ ਮਤਲਬ ਕਿ ਇੰਟੀਗ੍ਰਿਟੀ ਨੂੰ ਇੰਸ਼ੋਰ ਕਰਦੇ ਹਾਂ। ਜਿਹੜੀ SSL ਹੈ ਇਜ਼ ਨਾਟ ਦਾ ਇੰਪਲੀਮੈਂਟ ਬਾਈ ASP.NET ਦੇ ਦੁਆਰਾ ਇੰਪਲੀਮੈਂਟ ਨਹੀਂ ਕੀਤੀ ਜਾ ਸਕਦੀ। ਤੇ ਇੰਸਟੈਡ ਇਟ ਇਜ਼ ਫੀਚਰ ਪ੍ਰੋਵਾਈਡਡ ਬਾਈ IIS। ਮਤਲਬ ਇਹਦੀ ਫੀਚਰ ਹੈ ਜਿਹੜੀ IIS ਦੇ ਦੁਆਰਾ ਪ੍ਰੋਵਾਈਡ ਕਰਵਾਈ ਜਾਂਦੀ ਜਿਹਨੂੰ ਆਪਾਂ ਇੰਟਰਨੈਟ ਇਨਫੋਰਮੇਸ਼ਨ ਸਰਵਿਸ ਬੋਲਦੇ ਹਾਂ। ਯੂਜ਼ਰ ਵੈਬ ਪੇਜ ਕੋਡ ਇਜ਼ ਕਹਿੰਦੇ ਆਈਡੈਂਟੀਕਲ ਵੇਅਰ ਆਰ ਨਾਟ SSL ਯੂਜ਼ਡ। ਅਤੇ ਇਹਦੇ ਵਿੱਚ SSL ਹੈ ਜਿਹੜੀ ਯੂਜ਼ ਨਹੀਂ ਕੀਤੀ ਜਾਂਦੀ ਇਹਦੀ ਯੂਜ਼ਰ ਕੋਡ ਜਿਹੜੀ ਆਈਡੈਂਟੀਫਿਕੇਸ਼ਨ ਹੈ ਜਿਹੜੀ ਆਪਣੇ ਕੋਲ ਜ਼ਰੂਰੀ ਹੁੰਦੀ ਹੈ। ਤਾਂ ਪ੍ਰੋਟੈਕਟ ਕਰਦੇ ਡਾਟਾ ਓਵਰ ਦਾ ਵਾਇਰ ਮਤਲਬ ਨੈਟਵਰਕ ਦੇ ਉੱਪਰ ਇਹਨੂੰ ਸ਼ੋ ਆ ਜਿਹੜਾ ਇਹ ਨਹੀਂ ਕਰ ਸਕਦੀ। ਅੱਗੇ ਟੂ ਪ੍ਰੋਟੈਕਟ ਦਾ ਪਰਮਾਨੈਂਟ ਇਨਫੋਰਮੇਸ਼ਨ। ਪਰਮਾਨੈਂਟ ਇਨਫੋਰਮੇਸ਼ਨ ਨੂੰ ਕਿਵੇਂ ਪ੍ਰੋਟੈਕਟ ਕੀਤਾ ਜਾ ਸਕਦਾ ਹੈਗਾ? ਕਹਿੰਦੇ ਫੋਰ ਐਗਜ਼ਾਮਪਲ ਯੂ ਕਹਿੰਦੇ ਮਾਈਟ ਵਾਂਟ ਟੂ ਸਟੋਰ ਅ ਯੂਜ਼ਰ ਕ੍ਰੈਡਿਟ ਕਾਰਡ ਇਨ ਦਾ ਡਾਟਾਬੇਸ ਦੇ ਵਿੱਚ ਯੂਜ਼ਰ ਦਾ ਕ੍ਰੈਡਿਟ ਕਾਰਡ ਸਟੋਰ ਕਰਨਾ ਚਾਹੁੰਦੇ ਆ ਫਾਰ ਫਿਊਚਰ ਯੂਜ਼। ਤਾਂ ਆਲਦੋ ਯੂ ਸ਼ੂ ਕੋਡ ਸਟੋਰ ਦਿਸ ਡਾਟਾ ਇਨ ਦਾ ਪਲੇਨ ਟੈਕਸਟ ਵਿੱਚ ਸਟੋਰ ਕਰ ਸਕਦੇ ਹੋ ਐਂਡ ਯੂ ਦਾ ਵੈਬ ਸਰਵਰ ਵਨ ਨਾਟ ਵੀ ਕੰਪਰੋਮਾਈਜ਼ਡ। ਠੀਕ ਹੈ ਵੀ ਉਹਦੇ ਵਿੱਚ ਕੋਈ ਵੀ ਮਤਲਬ ਕੰਪਰੋਮਾਈਜ਼ ਨਹੀਂ ਕਰਦਾ। ਦਿਸ ਇਜ਼ ਅ ਨੈਵਰ ਗੁੱਡ ਆਈਡੀਆ ਵਧੀਆ ਆਈਡੀਆ ਨਹੀਂ ਹੈਗਾ। ਇੰਸਟੈਡ ਯੂ ਸ਼ੁੱਡ ਯੂਜ਼ ਦਾ ਇਨਕ੍ਰਿਪਸ਼ਨ ਕਲਾਸ ਦੈਟ ਆਰ ਪ੍ਰੋਵਾਈਡਡ ਵਿਦ ਇਨ .NET ਟੂ ਮੈਨੂਅਲੀ ਇਨਕ੍ਰਿਪਟ ਡਾਟਾ ਬਿਫੋਰ ਯੂ ਸਟੋਰ ਇਟ। ਜੋ ਸਟੋਰ ਕਰਨ ਤੋਂ ਪਹਿਲਾਂ ਉਹ ਡਾਟਾ ਇਨਕ੍ਰਿਪਟ ਕਰ ਦਿਓ ਮਤਲਬ ਚੇਂਜ ਕਰ ਦਿਓ ਉਹ ਇਹ ਨਾ ਹੋ ਸਕੇ ਮਤਲਬ ਕੋਈ ਉਹਨੂੰ ਹੋਰ ਯੂਜ਼ ਕਰ ਲੇ। ਠੀਕ ਹੈ, ਤਾਂ ਇਟ ਵਰਥ ਨਥਿੰਗ ਦੈਟ ਦਾ .NET ਇਨਕ੍ਰਿਪਸ਼ਨ ਕਲਾਸਿਸ ਆਰ ਨਾਟ ਡਾਇਰੈਕਟਲੀ ਟਾਈਡ ਟੂ ASP.NET। ਤਾਂ ਕਰਕੇ ਉਹ ਡਾਇਰੈਕਟਲੀ ਉਹਦੇ ਨਾਲ ਟਾਈ ਅਪ ਨਹੀਂ ਹੁੰਦੀਆਂ ਅਤੇ ਇਨਫੈਕਟ ਯੂ ਕੈਨ ਯੂਜ਼ ਦੈਮ ਇਨ ਐਨੀ ਟਾਈਪ ਆਫ .NET ਐਪਲੀਕੇਸ਼ਨ। .NET ਐਪਲੀਕੇਸ਼ਨ ਦੀ ਕਿਸੇ ਵੀ ਟਾਈਪ ਦੇ ਵਿੱਚ ਇਹਨੂੰ ਆਪਾਂ ਯੂਜ਼ ਆ ਜਿਹੜਾ ਕਰ ਸਕਦੇ। ਠੀਕ ਹੈ, ਅਗਲੇ ਜਰ ਰਾਜੇ ਲੋਕਲਾਈਜੇਸ਼ਨ ASP.NET ਐਪਲੀਕੇਸ਼ਨ ਤੋਂ ਆਪਾਂ ਕੱਲ੍ਹ ਵਾਲੇ ਲੈਕਚਰ 'ਚ ਕਰਦੇ ਹਾਂ। ਅੱਜ ਇੱਕ ਵਾਰੀ ਤੁਸੀਂ ASP.NET ਦੀ ਸਿਕਿਉਰਿਟੀ ਬਾਰੇ ਹੀ ਰੀਡ ਕਰਕੇ ਦੇਖਿਓ। ਜੇ ਇਹਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੋਈ ਤਾਂ ਦੁਬਾਰਾ ਪੁੱਛ ਲਿਓ ਕਿ ਬੇਟਾ ਥੈਂਕ ਯੂ ਸੋ ਮਚ।